ਅੱਜ ਦਾ ਜਿਹੜਾ ਸਾਡਾ ਸਬਕ ਹੈ ਉਹ ਹੈ ਅਦਬ ਕਿਸ ਨੂੰ ਆਖਦੇ ਨੇ। BA 4th ਈਅਰ ਦਾ ਇਹ ਸਬਕ ਨਾਲ ਸਬਕ ਪੜਾਂਗੇ ਤੇ ਨਾਲ ਅਸੀਂ ਉਹਨੂੰ ਡਿਸਕਸ ਕਰਾਂਗੇ ਕਿ ਅਦਬ ਦੀਆਂ ਕੀ ਸ਼ਕਲਾਂ ਰਹੀਆਂ ਤੇ ਇਹ ਲਫ਼ਜ਼ ਦਾ ਮੁੱਢ ਕਿਵੇਂ ਬੱਝਿਆ ਤੇ ਇਹ ਲਫ਼ਜ਼ ਦਾ ਅਸਲ ਮਤਲਬ ਕੀ ਹੈ। ਅਦਬ ਦਾ ਲਫ਼ਜ਼ ਢੇਰ ਪੁਰਾਣਾ ਹੈ ਤੇ ਹਰ ਦੌਰ ਵਿੱਚ ਇਸ ਲਫ਼ਜ਼ ਦੇ ਮਾਨੇ ਬਦਲਦੇ ਰਹੇ ਨੇ। ਇਸ ਲਈ ਅਦਬ ਦਾ ਲਫ਼ਜ਼ ਆਪਣੇ ਅੰਦਰ ਬਹੁਤ ਸਾਰੇ ਵਸੀ ਮਾਨੇ ਰੱਖਦਾ ਹੈ। ਜੇ ਅਸੀਂ ਲਫ਼ਜ਼ ਅਦਬ ਦੀ ਤਾਰੀਖ ਹਿਸਟਰੀ ਉੱਤੇ ਝਾਤ ਪਈਏ ਤੇ ਮਾਲੂਮ ਹੁੰਦਾ ਹੈ ਭਈ ਅਰਬ ਦੀ ਜਾਹਲੀਅਤ ਦੇ ਜ਼ਮਾਨੇ ਵਿੱਚ ਅਦਬ ਦਾ ਮਤਲਬ ਆਦਤ, ਵਰਸਾ, ਮਿਆਰ, ਅਮਲ ਦਾ ਤਰੀਕਾ ਤੇ ਪਿਓ ਦਾਦਿਆਂ ਦੀ ਰਵਾਇਤ ਤੇ ਅਸੂਲ ਵਗੈਰਾ ਲਿਆ ਜਾਂਦਾ ਸੀ। ਹੁਣ ਤੁਸੀਂ ਜ਼ਿਹਨ ਵਿੱਚ ਲਿਆਓ ਕਿ ਅਦਬ ਦਾ ਮਤਲਬ ਆਦਤ ਹੋ ਗਿਆ ਜਾਂ ਜੋ ਤੁਹਾਨੂੰ ਵਿਰਾਸਤ 'ਚ ਮਿਲਦਾ ਹੈ ਜਾਂ ਕੋਈ ਇੱਕ ਮਿਆਰ ਜਿਹੜਾ ਬਣਾ ਦਿੱਤਾ ਜਾਂਦਾ ਹੈ ਜਾਂ ਵੱਡਿਆਂ ਦੀ ਆਦਤਾਂ ਜਿਹੜੀਆਂ ਨੇ ਉਹਨੂੰ ਅਦਬ ਆਖਿਆ ਗਿਆ। ਜਿਵੇਂ ਕਿ ਅਸੀਂ ਕਿਸੇ ਨੂੰ ਆਖ ਦਿੰਦੇ ਹਾਂ ਕਿ ਯਾਰ ਤੂੰ ਆਪਣਾ ਅਦਬ ਦਾ ਖਿਆਲ ਰੱਖਿਆ ਕਰ, ਕਿ ਆਪਣੇ ਮਿਆਰ ਦਾ, ਆਪਣੀ ਆਦਤ ਦਾ, ਆਪਣੇ ਪਿਓ ਦਾਦੇ ਦੀਆਂ ਰਵਾਇਤਾਂ ਦਾ, ਉਹਨਾਂ ਅਸੂਲਾਂ ਦਾ ਖਿਆਲ ਰੱਖਿਆ ਕਰ। ਅਰਬਾਂ ਦੇ ਨੇੜੇ ਅਦਬ ਦਾ ਲਫ਼ਜ਼ ਹਮਜ਼ਾ ਦਾਲ ਬੇ ਵਿੱਚੋਂ ਨਿਕਲਿਆ ਹੈ, ਜਿਹਦੇ ਮਾਨੀ ਹੈਰਾਨ ਕਰ ਦੇਣ ਵਾਲੀ ਸ਼ੈ, ਆਦਤ ਜਾਂ ਜ਼ਿਆਫਤ ਦੇਣ। ਜਿੱਥੇ ਦਾਵਤ ਹੋਏ, ਜਿੱਥੇ ਕੁਝ ਖਾਣ ਪੀਣ ਦਾ ਬੰਦੋਬਸਤ ਹੋਵੇ, ਉਹਨੂੰ ਵੀ ਅਸੀਂ ਅਦਬ ਦਾ ਨਾਂ ਦਿੱਤਾ ਗਿਆ। ਇਸ ਲਈ ਅਰਬ ਦੇ ਵਸਨੀਕ ਰਹਿਣ ਵਾਲੇ ਦਾਵਤ, ਜ਼ਿਆਫਤ ਤੇ ਆਦਤ ਦੇ ਮਾਨਿਆਂ ਵਿੱਚ ਅਦਬ ਦਾ ਲਫ਼ਜ਼ ਵਰਤਦੇ ਸਨ। ਕੁਝ ਵਿਦਵਾਨਾਂ ਦਾ ਖਿਆਲ, ਵਿਦਵਾਨ ਕਹਿੰਦੇ ਨੇ ਸੂਝਵਾਨ, ਦਾਨਿਸ਼ਵਰ, ਸੋਚਣ ਵਾਲਾ, ਭਈ ਲਫ਼ਜ਼ ਦਾਬ ਤੋਂ ਅਦਬ ਜਮਾ ਦਾ ਸੀਗਾ ਬਣਿਆ, ਜਿਸ ਦੇ ਮਾਨੀ ਦਸਤੂਰ ਜਾਂ ਆਦਤ ਨੇ। ਦਸਤੂਰ ਉਹ ਤਰੀਕੇਕਾਰ ਹੁੰਦਾ ਜਿਹਦੇ ਮੁਤਾਬਿਕ ਅਸੀਂ ਜ਼ਿੰਦਗੀ ਗੁਜ਼ਾਰਨੇ ਆ। ਇਸ ਤਰ੍ਹਾਂ ਅਦਬ ਦਾ ਲਫ਼ਜ਼ ਵੀ ਦਾਬ ਵਿੱਚੋਂ ਮੁਸ਼ਤਿਕ ਕੱਢਿਆ ਗਿਆ ਹੈ, ਨਿਕਲਿਆ ਹੈ। ਪਰ ਜ਼ਮਾਨਾ ਗੁਜ਼ਰਨ ਨਾਲ ਅਦਬ ਦੇ ਲਫ਼ਜ਼ ਰੂਹਾਨੀ ਸਿਫਤਾਂ, ਹੁਸਨ, ਸ਼ਾਇਸਤਗੀ, ਖੂਬਸੂਰਤੀ ਤੇ ਚੰਗੇ ਅਖਲਾਕ ਦੇ ਮਾਨਿਆਂ ਵਿੱਚ ਵਰਤਿਆ ਜਾਣ ਲੱਗ ਪਿਆ। ਕਿਉਂ ਜੇ ਅਦਬ ਦਾ ਇਹ ਮਫਹੂਮ ਇਸਲਾਮ ਦੇ ਮੁੱਢਲੇ ਦੌਰ ਦੀ ਤਹਿਜ਼ੀਬ ਤੇ ਲੋੜਾਂ ਦੇ ਮੁਤਾਬਿਕ ਸੀ। ਹੁਣ ਜ਼ਮਾਨੇ ਜਾਹਲੀਅਤ ਖਤਮ ਹੋਇਆ ਤੇ ਨਵਾਂ ਜ਼ਮਾਨਾ ਸ਼ੁਰੂ ਹੋਇਆ ਤੇ ਉਹਦੇ ਵਿੱਚ ਲਫ਼ਜ਼ਾਂ ਦੇ ਬਾਨੇ ਵੀ ਬਦਲਨੇ ਸ਼ੁਰੂ ਹੋਏ। ਪਹਿਲੀ ਸਦੀ ਹਿਜਰੀ ਵਿੱਚ ਅਦਬ ਦੇ ਅਖਲਾਕੀ ਤੇ ਮੁਆਸ਼ਰਤੀ ਮਾਨਿਆਂ ਦੇ ਨਾਲ ਇੱਕ ਜ਼ਿਹਨੀ ਤੇ ਇਲਮੀ ਮਫਹੂਮ ਵੀ ਲੱਗ ਗਿਆ। ਹੁਣ ਉਹ ਕੀ ਸੀ? ਇਹ ਮਫਹੂਮ ਵਿੱਚ ਇੰਨਾ ਰਚਮਚ ਗਿਆ ਭਈ ਹਰ ਕਿਸਮ ਦੇ ਇਲਮ ਨੂੰ ਹੀ ਅਦਬ ਆਖਣ ਲੱਗ ਪਏ। ਹਰ ਕਿਸਮ ਦੇ ਇਲਮ ਨੂੰ ਹੀ ਅਦਬ ਆਖਣ ਲੱਗ ਪਏ। ਇਸ ਲਈ ਸ਼ਾਇਰੀ, ਖਿਤਾਬਤ, ਲੁਗਤ, ਅਰੂਜ਼ ਤੇ ਸਰਫ ਨਹਵ ਵਗੈਰਾ ਅਦਬ ਦੇ ਘੇਰੇ ਵਿੱਚ ਸਮਝੇ ਜਾਵਣ ਲੱਗ ਪਏ। ਗ੍ਰਾਮਰ ਦੇ ਸਾਰੇ ਅਸੂਲ ਜਿਹੜੇ ਉਹ ਵੀ ਅਦਬ ਸਮਝਣ ਲੱਗ ਪਏ। ਅਦਬੀ ਤੇ ਗੈਰ ਅਦਬੀ ਲਿਖਤਾਂ ਵਿੱਚ ਜੋ ਪੰਜਾਬੀ ਆਪਸ਼ਨਲ ਦੇ ਵਿੱਚ ਸਿਲੇਬਸ ਵਿੱਚ ਵੀ ਹੈ, ਉਹਦੇ ਵਿੱਚ ਵੀ ਦੱਸਿਆ ਗਿਆ ਹੈ ਕਿ ਯੂਰਪ ਵਾਲੇ ਕੀ ਕਰਦੇ ਸਨ ਕਿ ਯੂਰਪ ਵਾਲੇ ਜਿਵੇਂ ਤੁਸੀਂ ਕੋਈ ਇੱਕ ਸ਼ੀਸ਼ੀ ਖਰੀਦਦੇ ਹੋ ਸ਼ਰਬਤ ਦੀ ਜਾਂ ਕੋਈ ਮੈਡੀਸਨ ਦੀ ਜਾਂ ਕੋਈ ਵੀ ਕਿਸੇ ਸ਼ਾਇਦ, ਉਹਦੇ ਨਾਲ ਇੱਕ ਪੰਫਲੇਟ ਹੁੰਦਾ ਜਿਹਦੇ ਉੱਤੇ ਲਿਖਿਆ ਹੁੰਦਾ ਕਿ ਕਿਵੇਂ ਇਹਨੂੰ ਇਸਤੇਮਾਲ ਕਰਨਾ, ਇਹਦੇ ਇਫੈਕਟਸ ਕੀ ਨੇ, ਇਹਦੇ ਡਰਾਬੈਕਸ ਕੀ ਨੇ, ਇਹਦੀ ਕਿਹੜੀ ਏਜ ਨੂੰ ਕਿੰਨਾ ਜਿਹੜਾ ਉਹ ਚਮਚ ਦੇਣਾ, 2 ਚਮਚ ਦੇਣਾ। ਤੇ ਉਹਨੂੰ ਵੀ ਯੂਰਪ ਵਿੱਚ ਅਦਬ ਆਖਿਆ ਗਿਆ, ਲਿਟਰੇਚਰ ਆਖਿਆ ਗਿਆ। ਲੇਕਿਨ ਅਰਬ ਵਾਲਿਆਂ ਨੇ ਇਹਨੂੰ ਖਿਤਾਬਤ ਦੇ ਨਾਲ, ਲੁਗਤ ਦੇ ਨਾਲ ਤੇ ਅਰੂਜ਼ ਦੇ ਨਾਲ, ਯਾਨੀ ਸ਼ਾਇਰੀ ਦੇ ਜਿਹੜੇ ਅਸੂਲ ਨੇ ਉਹਨਾਂ ਦੇ ਹਵਾਲੇ ਨਾਲ ਦੇਖਿਆ ਗਿਆ। ਫਿਰ ਸਰਫ ਨਹਦ ਯਾਨੀ ਗ੍ਰਾਮਰ ਦੇ ਜਿਹੜੇ ਗ੍ਰਾਮੇਰੀਅਨ ਦੇ ਹਵਾਲੇ ਨਾਲ ਜਿਹੜੀ ਗੱਲ ਹੈ ਉਹਨਾਂ ਦੇ ਹਵਾਲੇ ਨਾਲ ਵੀ ਉਹਨੂੰ ਵੇਖਿਆ ਜਾਂਦਾ ਤੇ ਉਹਨੂੰ ਵੀ ਅਦਬ ਆਖਿਆ ਜਾਣ ਲੱਗਾ। ਬਨੂ ਉਮਈਆ ਦੇ ਦੌਰ ਵਿੱਚ ਮੁਕੰਮਲ ਅਦੀਬ ਉਸ ਨੂੰ ਸਮਝਿਆ ਜਾਂਦਾ ਸੀ ਜਿਹੜਾ ਕਦੀਮ ਸ਼ਾਇਰੀ, ਅਰਬ ਦੀ ਸਕਾਫਤ, ਪਿਛੋਕੜ ਤੇ ਤਾਰੀਖੀ ਪੱਖਾਂ ਉੱਤੇ ਡੂੰਘੀ ਨਜ਼ਰ ਰੱਖਦਾ ਹੈ। ਪੁਰਾਣੀ ਸ਼ਾਇਰੀ ਜਾਣਦਾ ਹੋਏ, ਅਰਬ ਦੀ ਸਕਾਫਤ, ਤਹਿਜ਼ੀਬ ਦਾ ਪਸ ਮੰਜ਼ਰ ਜਾਣਦਾ ਹੋਏ ਤੇ ਤਾਰੀਖੀ ਹਵਾਲਿਆਂ ਨਾਲ ਉਹਦੇ ਤੇ ਡੂੰਘੀ ਨਜ਼ਰ ਰੱਖੇ। 3 ਸਦੀ ਹਿਜਰੀ ਦਾ ਮਸ਼ਹੂਰ ਅਦੀਬ ਅਲ-ਜਾਹਜ਼ ਅਰਬੀ ਅਖਾਨ, ਅਸ਼ਾਰ, ਅਰਬਾਂ ਦੇ ਅਨਸਾਬ ਤੇ ਰਵਾਇਤਾਂ ਦਾ ਮਾਹਿਰ ਸੀ। ਹੁਣ ਉਹਨੇ ਕੋਲ ਅਰਬੀ ਅਖਾਨ ਸਨ, ਅਸ਼ੇਰਾਂ ਨੂੰ ਜਾਣਦਾ ਸੀ, ਫਿਰ ਨਸਬ ਜਿਹੜੇ ਨੇ, ਖਾਨਦਾਨੀ ਨਸਬ ਜਿਹੜੇ ਨੇ ਉਹਨਾਂ ਦੇ ਬਾਰੇ ਜਾਣਦਾ ਤੇ ਰਵਾਇਤਾਂ ਦਾ ਮਾਹਿਰ ਸੀ। 6ਵੀਂ ਸਦੀ ਹਿਜਰੀ ਵਿੱਚ ਈਰਾਨ ਦੇ ਅਦੀਬਾਂ ਨੇ ਫਾਰਸੀ ਜ਼ੁਬਾਨ ਦੇ ਪੜ੍ਹਨ ਤੇ ਪੜ੍ਹਾਉਣ ਦੇ ਅਮਲ ਲਈ ਅਦਬ ਦਾ ਲਫ਼ਜ਼ ਵਰਤਣਾ ਸ਼ੁਰੂ ਕਰਤਾ। ਹੁਣ ਤੁਸੀਂ ਇੱਥੇ ਦੇਖੋ, ਜਿਵੇਂ ਅਰਬ ਤੋਂ ਯੂਰਪ ਤੋਂ ਫਿਰ ਈਰਾਨ ਵਿੱਚ ਜਿਹੜੀ ਉਹ ਜਾਂਦੀ ਹੈ
ਸੋਚ, ਤੇ ਉਹਦੇ ਵਿੱਚ ਪੜ੍ਹਨ ਤੇ ਪੜ੍ਹਾਉਣ ਲਈ ਅਦਬ ਦਾ ਲਫ਼ਜ਼ ਵਰਤਿਆ ਜਾਣ ਲੱਗਿਆ। ਪਰ ਉਹਦੇ ਵਿੱਚ ਚੰਗੇ ਅਖਲਾਕ, ਸ਼ਾਇਸਤਗੀ ਤੇ ਸਨ ਤੇ ਹੁਸਨ ਦੇ ਮਾਨੀ ਵੀ ਮੌਜੂਦ ਰਹੇ। ਉਸ ਦੌਰ ਦੇ ਤਾਲੀਮੀ ਨਿਜ਼ਾਮ ਵਿੱਚ ਜ਼ੁਬਾਨ ਸਿੱਖਣ ਦਾ ਇਲਮ ਸਾਰੇ ਮਜਲਸੀ ਅਲੂਮ ਤੇ ਅਦਾਬ ਦਾ ਸਰਚਸ਼ਮਾ ਸੀ। ਅਦਬ ਕਿਸ ਨੂੰ ਆਖਿਆ ਗਿਆ ਕਿ ਜ਼ੁਬਾਨ ਜਿਹੜੀ ਸਿੱਖਣੀ ਅਸੀਂ, ਉਹਦਾ ਇਲਮ ਜਿਹੜਾ ਹੈ ਮਜਲਸੀ ਅਲੂਮ, ਮਹਿਫਿਲ ਦੇ ਵਿੱਚ ਬੈਠਣ ਦੇ, ਫਿਰ ਉਹਨਾਂ ਨੂੰ ਜ਼ਿੰਦਗੀ ਵਰਤਣ ਦੇ, ਜ਼ਿੰਦਗੀ 'ਚ ਇਸਤੇਮਾਲ ਕਰਨ ਦੇ, ਤੇ ਸਾਰੇ ਉਹਨੂੰ ਅਦਾਬ ਦਾ ਸਰਚਸ਼ਮਾ ਆਖਿਆ ਗਿਆ। ਇਸ ਲਈ ਜ਼ੁਬਾਨ ਸਿੱਖਣ ਤੇ ਸਿਖਾਉਣ ਨੂੰ ਬਹੁਤ ਜ਼ਰੂਰੀ ਖਿਆਲ ਕੀਤਾ ਜਾਂਦਾ ਸੀ, ਕਿਉਂ ਜੇ ਇਹਦੇ ਨਾਲ ਤਹਿਜ਼ੀਬ ਤੇ ਸ਼ਾਇਸਤਗੀ ਪੈਦਾ ਹੁੰਦੀ ਸੀ, ਪੋਲਾਈਟਨੈਸ ਪੈਦਾ ਹੁੰਦੀ ਸੀ, ਤਹਿਜ਼ੀਬ, ਸਿਵਲਾਈਜੇਸ਼ਨ ਪੈਦਾ ਹੁੰਦਾ ਸੀ, ਸਾਨੂੰ ਰਹਿਣ ਸਹਿਣ ਪਤਾ ਚੱਲਦਾ ਸੀ, ਅਸੀਂ ਕਿਵੇਂ ਰਹਿਣਾ ਹੈ, ਕਿਵੇਂ ਅਸੀਂ ਇਸ ਦੁਨੀਆ ਨਾਲ ਵਰਤਣਾ ਹੈ। ਉਹ ਸਾਰੀਆਂ ਚੀਜ਼ਾਂ ਨੂੰ ਅਸੀਂ ਅਦਬ ਦੇ ਖੇਤਰ ਵਿੱਚ ਲਿਆਉਣ ਲੱਗੇ। ਇਸ ਪਾਰੋਂ ਤਦਰੀਸੀ ਅਮਲ ਨੂੰ ਅਦਬ ਦਾ ਨਾਂ ਦਿੱਤਾ ਗਿਆ। ਜੋ ਅਸੀਂ ਪੜ੍ਹਾ ਰਹੇ ਹਾਂ, ਜੋ ਅਸੀਂ ਸਿਖਾ ਰਹੇ ਹਾਂ, ਉਸ ਨੂੰ ਵੀ ਅਦਬ ਆਖਿਆ ਗਿਆ। ਬਾਅਦ ਵਿੱਚ ਅਦਬ ਦਾ ਘੇਰਾ ਇੰਨਾ ਵਸੀਹ ਹੋ ਗਿਆ ਭਈ ਹਰ ਕਿਸਮ ਦੇ ਅਲੂਮ ਯਾਨੀ ਇਲਮ ਕੀਮੀਆ, ਇਲਮ ਜਾਫਰ, ਅਮਲ, ਰਮਲ, ਦਾਸਤਾਨ ਗੋਈ ਤੇ ਅਖਬਾਰ ਵੀ ਅਦਬ ਦੇ ਘੇਰੇ ਵਿੱਚ ਆ ਗਏ। ਐਸੇ ਲਈ ਤਾਂ ਮੈਥਿਊ ਆਰਨਲਡ ਨੇ ਆਖਿਆ ਭਈ ਉਹ ਸਾਰਾ ਇਲਮ ਜਿਹੜਾ ਕਿਤਾਬਾਂ ਰਾਹੀਂ ਸਾਡੇ ਤੀਕਰ ਪੜਦਾ ਹੈ। ਨੋਟ ਕਰ ਲੈਣਾ ਕਿ ਅਸੀਂ ਜਿਹੜਾ ਪੁਆਇੰਟ ਦੇ ਰਹੇ ਹਾਂ ਕਿ ਮੈਥਿਊ ਆਰਨਲਡ ਜਿਹੜਾ ਆਖਦਾ ਹੈ ਕਿ ਸਾਰਾ ਇਲਮ ਜਿਹੜਾ ਕਿਤਾਬਾਂ ਰਾਹੀਂ ਸਾਡੇ ਤੀਕਰ ਪੜਦਾ ਹੈ ਉਹ ਅਦਬ। ਇੱਥੋਂ ਜ਼ਾਹਿਰ ਹੁੰਦਾ ਹੈ ਵੀ ਹਰ ਤਹਿਰੀਰ ਅਦਬ ਹੈ, ਭਾਵੇਂ ਉਹ ਅਫਸਾਨਾ ਹੋਵੇ, ਸਾਇੰਸ ਦਾ ਕੋਈ ਮਜ਼ਮੂਨ ਹੋਵੇ, ਫਲਸਫਾ ਹੋਵੇ ਜਾਂ ਤਾਰੀਖ, ਉਹਦੇ ਵਿੱਚ ਮਜ਼ਮੂਨ ਦੀ ਕੋਈ ਪਾਬੰਦੀ ਨਹੀਂ। ਕੋਈ ਵੀ ਜਿਹੜਾ ਮਜ਼ਮੂਨ ਲਿਖਿਆ ਜਾਏਗਾ ਉਸ ਨੂੰ ਅਸੀਂ ਅਦਬ ਦੇ ਖੇਤਰ ਵਿੱਚ ਲੈ ਆਵਾਂਗੇ। ਤੇ ਨਾ ਹੀ ਇਜ਼ਹਾਰ ਤੇ ਅਫਕਾਰ ਦੀ ਕੈਦ ਹੈ। ਕੋਈ ਜਿਹੜੀ ਫਿਕਰ ਲਿਖ ਰਹੇ ਹਾਂ, ਜਿਹੜੀ ਅਸੀਂ ਸੋਚ ਲਿਖ ਰਹੇ ਹਾਂ, ਜਿਸ ਤਰ੍ਹਾਂ ਅਸੀਂ ਬਿਆਨ ਕਰ ਰਹੇ ਹਾਂ, ਉਸ ਨੂੰ ਕਿਸੇ ਰੰਗ ਦੇ ਨਾਲ ਵੀ ਬਿਆਨ ਕਰੀ ਜਾ ਰਹੇ ਹਾਂ, ਉਹ ਅਸੀਂ ਅਦਬ ਦੇ ਖੇਤਰ ਵਿੱਚ ਲੈ ਆਵਾਂਗੇ। ਇਸ ਲਈ ਹਿਊਮ, ਨਿਊਟਨ, ਫਰਾਇਡ ਤੇ ਡਾਰਵਨ ਨੂੰ ਵੀ ਅਦੀਬ ਸਮਝਿਆ ਜਾਂਦਾ ਰਹੇ। ਇਹ ਸਾਰੇ ਕੁਝ ਫਲਸਫੀ ਨੇ, ਕੁਝ ਸਾਇੰਸਦਾਨ ਨੇ ਜਿਨ੍ਹਾਂ ਨੇ ਆਪਣੇ ਆਪਣੇ ਹਵਾਲੇ ਨਾਲ ਲਿਖਿਆ। ਫਿਰ ਜ਼ਮਾਨਾ ਗੁਜ਼ਰਨ ਨਾਲ ਇਲਮ ਤੇ ਅਦਬ ਵਿੱਚ ਵਾਜ਼ਿਹ ਫਰਕ ਕਾਇਮ ਕੀਤਾ ਗਿਆ ਤੇ ਦੱਸਿਆ ਗਿਆ ਭਾਈ ਇਲਮ ਇਨਸਾਨੀ ਜ਼ਿਹਨ ਤੇ ਫਿਕਰ ਨੂੰ ਮੁਤਾਸਿਰ ਕਰਦਾ, ਕਿ ਜਿਹੜੀ ਸਾਡੀ ਫਿਕਰ ਹੈ, ਜਿਹੜੀ ਸਾਡੀ ਸੋਚ ਹੈ, ਜਿਵੇਂ ਅਸੀਂ ਸੋਚਦੇ ਹਾਂ ਕਿ ਅਸੀਂ ਕੀ ਕਰਨਾ ਹੈ, ਕੀ ਨਹੀਂ ਕਰਨਾ, ਫਿਰ ਅਗਲੀਆਂ ਸੋਚਾਂ ਇਸ ਦੇ ਨਾਲ ਅੱਗੇ ਕੀ ਲੈ ਕੇ ਜਾਣਾ ਹੈ। ਜਦੋਂ ਕਿ ਅਦਬ ਇਨਸਾਨੀ ਜਜ਼ਬਿਆਂ ਤੇ ਅਹਿਸਾਸਾਂ ਦਾ ਤਰਜਮਾਨ ਤੇ ਅਕਾਸ ਹੈ। ਇਹ ਤੁਸੀਂ ਤਾਰੀਫ ਦੇ ਤੌਰ ਤੇ ਇਹਨੂੰ ਵੇਖ ਲਓ ਕਿ ਤੁਹਾਡੀ ਇਹਦੇ 'ਚ ਤਾਰੀਫ ਅਸੀਂ ਇਹਨੂੰ ਹੋਰ ਵੀ ਥੋੜ੍ਹਾ ਜਿਹਾ ਦੇਖ ਲਾਂਗੇ ਕਿ ਅਦਬ ਇਨਸਾਨੀ ਜਜ਼ਬਿਆਂ ਤੇ ਅਹਿਸਾਸਾਂ ਦਾ ਤਰਜਮਾਨ ਤੇ ਅਕਾਸ ਹੈ। ਨਿਊਟਨ ਅਗਰ ਕੋਈ ਮਜ਼ਮੂਨ ਲਿਖ ਰਿਹਾ ਸਾਇੰਸ ਦੇ ਹਵਾਲੇ ਨਾਲ ਤੇ ਉਹਦੇ ਵਿੱਚ ਫਿੱਕਾਪਨ ਨੇ, ਉਹਦੇ 'ਚ ਖੁਸ਼ਪਨ ਨੇ, ਉਹਦੇ 'ਚ ਮਾਲੂਮਾਤ ਨੇ। ਫਰਾਇਡ ਲਿਖ ਰਿਹਾ ਜਾਂ ਡਾਰਵਨ ਲਿਖ ਰਿਹਾ ਨਫਸੀਆਤ ਦੇ ਉੱਤੇ, ਫਰਾਇਡ ਲਿਖ ਰਿਹਾ ਨਫਸੀਆਤ ਦੇ ਉੱਤੇ, ਜਾਂ ਡਾਰਵਨ ਸਾਇੰਸੀ ਹਵਾਲੇ ਨਾਲ ਓਰੀਜਨ ਆਫ ਸਪੀਸ਼ੀਜ਼ ਦੇ ਹਵਾਲੇ ਨਾਲ ਲਿਖ ਰਿਹਾ, ਤੇ ਉਹਦੇ ਵਿੱਚ ਇੱਕ ਮਾਲੂਮਾਤੀ ਅੰਦਾਜ਼, ਤਾਰੀਖੀ ਅੰਦਾਜ਼ ਹੈ, ਉਹਦੇ ਵਿੱਚ ਦਲੀਲਾਂ ਨੇ। ਲੇਕਿਨ ਇਨਸਾਨੀ ਜਜ਼ਬੇ, ਇਨਸਾਨ ਗੁੱਸੇ ਦੇ ਵਿੱਚ ਕੀ ਕਰ ਰਿਹਾ, ਇਨਸਾਨ ਮੁਹੱਬਤ ਦੇ ਵਿੱਚ ਕੀ ਕਰ ਰਿਹਾ, ਇਨਸਾਨ ਨਫ਼ਰਤ ਦੇ ਵਿੱਚ ਕੀ ਕਰ ਰਿਹਾ, ਇਨਸਾਨ ਦੇ ਖਾਸ ਮੌਕਿਆਂ ਦੇ ਉੱਤੇ ਕੀ ਕੀ ਜਜ਼ਬੇ ਨੇ, ਕੀ ਕੀ ਉਹਦੀ ਸੋਚ ਹੈ, ਫਿਰ ਉਹ ਆਮ ਲੋਕਾਂ ਨਾਲ ਕਿਵੇਂ ਵਰਤ ਰਿਹਾ, ਸਾਰੇ ਅਹਿਸਾਸਾਂ ਦਾ ਜਿਹੜਾ ਤਰਜਮਾਨ ਹੈ ਉਹ ਕਿਸੇ ਅਦਬ ਦੀ ਸ਼ਾਖ ਦਾ ਇੱਕ ਹਿੱਸਾ ਹੋ ਸਕਦਾ ਹੈ। ਯਾਨੀ ਇਲਮ ਮੰਤਕੀ ਰਾਹ ਇਖਤਿਆਰ ਕਰਦਾ ਹੈ ਤੇ ਅਦੀਬ ਵਜਦਾਨੀ ਰਾਹ। ਜਦੋਂ ਅਸੀਂ ਐਕਸਟੈਸੀ 'ਚ ਪਹੁੰਚਦੇ ਹਾਂ, ਕੋਈ ਚੀਜ਼ ਸਾਡੇ ਤੇ ਆਪਣੇ ਆਸ਼ਕਾਰ ਹੋ ਜਾਂਦੀ, ਸਮਝ ਆ ਜਾਂਦੀ, ਉਹਨੂੰ ਅਸੀਂ ਵਜਦਾਨੀ ਕਹਿ ਸਕਦੇ ਹਾਂ। ਡੀ ਕੁਇੰਸੀ ਨੇ ਅਦਬ ਦੀਆਂ ਦੋ ਕਿਸਮਾਂ ਬਿਆਨ ਕੀਤੀਆਂ ਨੇ। ਉਹ ਲਿਖਦਾ ਹੈ ਭਈ ਪਹਿਲੀ ਕਿਸਮ ਦਾ ਉਹ ਅਦਬ ਜਿਹੜਾ ਹਯਾਤੀ ਬਖਸ਼, ਜਿਹੜਾ ਸਾਨੂੰ ਜ਼ਿੰਦਗੀ ਦਿੰਦਾ ਹੈ ਤੇ ਉਹਦਾ ਤਾਲੁਕ ਸਾਡੇ ਜਜ਼ਬੇ ਨਾਲ ਹੈ। ਦੂਜਾ ਮਾਲੂਮਾਤੀ ਜਾਂ ਇਲਮੀ ਅਦਬ ਹੈ, ਜਿਸ ਤੋਂ ਮਾਲੂਮ ਹੁੰਦਾ ਹੈ ਵੀ ਚੀਜ਼ਾਂ ਦੀ ਮਾਹੀਅਤ ਕੀ ਹੈ ਤੇ ਉਹਨਾਂ ਤੋਂ ਕਿਸ ਕਿਸਮ ਦੇ ਫਾਇਦੇ ਲਏ ਜਾ ਸਕਦੇ ਨੇ। ਅਸੀਂ ਪੈਨਸਿਲ ਹੈ, ਅਸੀਂ ਉਹਦੇ ਬਾਰੇ ਸਾਰਾ ਦੇ ਦਿੰਦੇ ਹਾਂ ਮਾਲੂਮਾਤ ਕਿ ਇਹਨੂੰ ਅਸੀਂ ਕਿਵੇਂ ਵਰਤ ਸਕਦੇ ਹਾਂ, ਕਿਵੇਂ ਇਹਨੂੰ ਅਸੀਂ ਖਰਾਬ ਹੋਏ ਠੀਕ ਕਰ ਸਕਦੇ ਹਾਂ, ਇਹਦੀ ਸ਼ਕਲ ਸੂਰਤ ਕੀ ਹੈ, ਇਹਦੇ ਹੋਰ ਕਿਉਂਕਿ ਕਿਸਮਾਂ ਨੇ, ਸਾਰਾ ਇੱਕ ਮਾਲੂਮਾਤੀ ਅਦਬ ਹੈ। ਡੀ ਕੁਇੰਸੀ ਦੀ ਇਸ ਪਹਿਲੀ ਕਿਸਮ ਨੂੰ ਮੁੱਢ ਰੱਖਦੇ ਹੋਏ ਇੱਕ ਅੰਗਰੇਜ਼ ਅਦੀਬ ਬਰਕ ਨੇ ਆਖਿਆ ਭਈ ਅਦਬ ਉਹਨਾਂ ਖਿਆਲਾਂ, ਜਜ਼ਬਿਆਂ ਤੇ ਅਹਿਸਾਸਾਂ ਦੀ ਪੂੰਜੀ ਹੈ, ਖਜ਼ਾਨਾ ਹੈ, ਜਿਹੜੇ ਇਸ ਤਰ੍ਹਾਂ ਮੁਰਤਬ ਕੀਤੇ ਜਾਂਦੇ ਨੇ ਕਿ ਉਹਨਾਂ ਨੂੰ ਪੜ੍ਹਨ ਵਾਲਾ ਖੁਸ਼ੀ ਤੇ ਲੁਤਫ ਮਹਿਸੂਸ ਕਰਦਾ ਹੈ ਤੇ ਉਹਨਾਂ ਤੋਂ ਮੁਤਾਸਿਰ ਹੁੰਦਾ ਹੈ, ਕਿਉਂ ਜੇ ਅਦਬ ਹਯਾਤੀ ਦੀ ਤਸਵੀਰ ਤੇ ਤਫਸੀਰ ਹੁੰਦਾ ਹੈ, ਹਯਾਤੀ ਦੀ ਤਸ਼ਰੀਹ ਹੁੰਦੀ ਉਹਦੇ ਵਿੱਚ ਬਚਪਨ ਤੋਂ ਲੈ ਕੇ ਮਰਨ ਤੱਕ ਦੇ ਜਿਹੜੇ ਸਾਰੇ ਵਾਕਿਆਤ ਨੇ ਉਹ ਵੀ ਆ ਸਕਦੇ ਨੇ, ਜਾਂ ਕੋਈ ਇੱਕ ਵਾਕਿਆਤ ਨੂੰ ਹਜ਼ਾਰਾਂ ਸਫ਼ਿਆਂ ਦੇ ਉੱਤੇ ਲਿਖਿਆ ਜਾ ਸਕਦਾ ਹੈ। ਹਯਾਤੀ ਦਾ ਨਾਂ ਤੇ ਵਜੂਦ ਜਜ਼ਬਾਤ ਨਾਲ ਹੈ, ਜੇ ਜਜ਼ਬਾਤ ਕੱਢ ਦੋ ਤੇ ਕੁਝ ਨਹੀਂ ਬਚਦਾ।
ਤੇ ਜਜ਼ਬਾਤ ਦੂਜੇ ਅਨਾਸਰ ਵਾਂਗੂ ਖਾਰਜੀ ਅਸੂਲਾਂ ਦੇ ਪਾਬੰਦ ਹੁੰਦੇ ਨੇ। ਪਾਣੀ ਸਦਾ ਨੀਵੇਂ ਨੂੰ ਬਹਿੰਦਾ ਹੈ, ਇਹ ਇੱਕ ਅਸੂਲ ਹੈ। ਹਵਾ ਹੌਲੀ ਹੋ ਕੇ ਉੱਪਰ ਜ਼ਰੂਰ ਉੱਠਦੀ ਹੈ ਤੇ ਉਹਦੀ ਥਾਂ ਹੋਰ ਸਾਂਭਦੀ ਹੈ। ਇਹ ਵੀ ਇੱਕ ਅਸੂਲ ਹੈ ਜਜ਼ਬਾਤ ਦਾ ਕਿ ਕਿਵੇਂ ਅਸੀਂ ਅੱਗੇ। ਪਾਣੀ ਤੇ ਹਵਾ ਵਾਂਗੂ ਉਚਾਈ ਤੋਂ ਨੀਵੇਂ ਪਾਸੇ ਆਉਂਦੇ ਨੇ, ਪਰ ਹਰ ਬੰਦਾ ਆਪਣੇ ਜਜ਼ਬਾਤ ਨੂੰ ਉਚਾਈ ਉੱਤੇ ਵੇਖਣ ਦਾ ਚਾਹਵਾਨ ਹੈ, ਖਾਹਿਸ਼ਮੰਦ ਹੈ। ਇਸ ਲਈ ਬਰਤਰੀ ਦਾ ਅਹਿਸਾਸ ਇਨਸਾਨ ਦੀ ਬੁਨਿਆਦੀ ਕਮਜ਼ੋਰੀ ਹੈ। ਕੋਈ ਆਪਣੇ ਆਪ ਨੂੰ ਵੱਡਾ ਸਾਬਤ ਕਰਨਾ ਚਾਹੁੰਦਾ ਹੈ। ਦੁਨੀਆ ਦੇ ਸਾਰੇ ਹੰਗਾਮੇ ਤੇ ਕਾਰੋਬਾਰ ਐਸੇ ਬਰਤਰੀ ਦੇ ਅਹਿਸਾਸ ਪਰੋਂ ਮੌਜੂਦ ਨੇ। ਫਰਾਇਡ ਨੇ ਜਿਨਸੀਆਤ ਨੂੰ ਬੁਨਿਆਦੀ ਕਮਜ਼ੋਰੀ ਆਖਿਆ ਹੈ ਕਿ ਜਿਨਸ ਜਿਹੜੀ ਹੈ ਉਹ ਇਨਸਾਨ ਦੀ ਬੁਨਿਆਦੀ ਕਮਜ਼ੋਰੀ ਹੈ। ਫਰਾਇਡ ਦਾ ਇਹ ਕਹਿਣਾ ਹੈ। ਹਾਲਾਂ ਜਿਨਸੀਆਤ ਸਿਰਫ ਇੱਕ ਲਜ਼ਤ ਦਾ ਪਰਦਾ ਹੈ ਜਿਹੜਾ ਕੁਦਰਤ ਨੇ ਬਰਤਰੀ ਦਾ ਵਾਲੇ ਅਹਿਸਾਸ ਉੱਤੇ ਪਾ ਦਿੱਤਾ ਹੈ। ਇਸ ਲਈ ਬਰਤਰੀ ਦਾ ਅਹਿਸਾਸ ਹੀ ਹਯਾਤੀ ਦੀ ਨੀਂਹ ਬੁਨਿਆਦ ਹੈ। ਇਸ ਅਹਿਸਾਸ ਦੀ ਤਸੱਲੀ ਕਰਨਾ ਅਦਬ ਦਾ ਬੁਨਿਆਦੀ ਫਰਜ਼ ਹੈ। ਇਸ ਲਈ ਅਦਬ ਉਹ ਲਤੀਫ ਫਨ ਹੈ ਜਿਸ ਦੇ ਰਾਹੀਂ ਅਦੀਬ ਜਜ਼ਬਾਤ ਤੇ ਖਿਆਲਾਂ ਨੂੰ ਆਪਣੇ ਖਾਸ ਨਫਸਾਨੀ ਤੇ ਸ਼ਖਸੀ ਖਸਾਇਸ ਦੇ ਮੁਤਾਬਿਕ ਨਾ ਸਿਰਫ ਜ਼ਾਹਿਰ ਕਰਦਾ ਹੈ, ਯਾਨੀ ਖਾਸ ਨਫਸੀਆਤੀ ਕਿ ਹਰ ਅਦੀਬ ਦੀ ਖਾਸ ਸੋਚ ਹੈ, ਖਾਸ ਉਹਦਾ ਕਿਰਦਾਰ ਹੈ, ਖਾਸ ਉਹਦਾ ਰਵੱਈਆ ਹੈ। ਨਫਸੀਆਤ ਦੇ ਲੋਗੋਂ ਮਾਨੀ ਤੁਸੀਂ ਵੇਖ ਲਓ ਕਿ ਨਫਸੀਆਤ ਅਸੀਂ ਸਾਈਕੋਲੋਜੀ ਨੂੰ ਆਖਦੇ ਹਾਂ। ਸਾਈਕੋ ਦਾ ਮਤਲਬ ਹੈ ਕਿ ਸਾਡੇ ਕੋਲ ਜ਼ਿਹਨ ਤੇ ਰਵੱਈਏ ਦੇ ਬਾਰੇ ਜਿਹੜਾ ਉਹ ਸਿੱਖਣਾ, ਉਹ ਸੀ ਸਾਈਕੋ ਹੈ। ਟੂ ਸਟੱਡੀ ਅਬਾਊਟ ਮਾਈਂਡ ਐਂਡ ਕਰੈਕਟਰ ਐਂਡ ਬਿਹੇਵੀਅਰ। ਤੇ ਲੋਜੀ ਦਾ ਮਤਲਬ ਹੈ ਟੂ ਸਟੱਡੀ, ਟੂ ਗੈਟ ਨੌਲੇਜ, ਤਾਲੀਮ ਹਾਸਿਲ ਕਰਨਾ, ਸਿੱਖਣਾ। ਇਸ ਲਈ ਨਫਸੀਆਤੀ ਤੌਰ ਤੇ ਕਿਸੇ ਵੀ ਅਦੀਬ ਦੇ ਕਿਰਦਾਰ, ਉਹਦੇ ਰਵੱਈਏ ਤੇ ਉਹਦੇ ਜ਼ਿਹਨ ਦੇ ਜਿਹੜੇ ਅਮਾਮਿਲ ਨੇ ਉਹ ਇੱਕ ਉਹਦੀ ਲਿਖਤ 'ਚ ਜ਼ਰੂਰ ਨਜ਼ਰ ਆਉਂਦੇ ਨੇ। ਤੇ ਸ਼ਖਸੀ ਖਸਾਇਸ, ਸ਼ਖਸੀ ਖੂਬੀਆਂ ਜਿਹੜੀਆਂ ਨੇ ਨਾ ਸਿਰਫ ਜ਼ਾਹਿਰ ਹੁੰਦੀਆਂ ਸਗੋਂ ਲਫ਼ਜ਼ਾਂ ਦੇ ਜ਼ਰੀਏ ਹਯਾਤੀ ਦੀਆਂ ਦਾਖਲੀਆਂ ਤੇ ਖਾਰਜੀ ਹਕੀਕਤਾਂ ਦੇ ਚਾਨਣ ਵਿੱਚ ਉਹਨਾਂ ਦੀ ਤਰਜਮਾਨੀ ਤੇ ਤਨਕੀਦ ਵੀ ਕਰਦਾ ਹੈ। ਹਯਾਤੀ ਜਿਹੜੀਆਂ ਬਾਹਰ ਦੇ ਜਿਹੜੀਆਂ ਨਜ਼ਰ ਆ ਰਹੀਆਂ ਨੇ, ਉਹ ਜਿਸ ਮਾਹੌਲ ਵਿੱਚ ਰਹਿੰਦਾ ਹੈ, ਉਹ ਜਿਸ ਘਰ ਵਿੱਚ ਰਹਿੰਦਾ ਹੈ, ਉਹਦੇ ਭੈਣ ਭਰਾ, ਉਸ ਤੋਂ ਇਲਾਵਾ ਅੱਗੇ ਥੋੜ੍ਹਾ ਜਿਹਾ ਬਾਹਰ ਜਾਓ ਉਹਦੇ ਗਵਾਂਢੀ, ਉਹਦਾ ਪੂਰਾ ਮੁਹੱਲਾ, ਉਹਦਾ ਪੂਰਾ ਇਲਾਕਾ, ਉਹ ਜਿਸ ਤਰ੍ਹਾਂ ਦੇ ਐਜੂਕੇਸ਼ਨ ਸਿਸਟਮ ਵਿੱਚ ਰਹਿੰਦਾ ਹੈ, ਉਹ ਐਜੂਕੇਸ਼ਨ ਸਿਸਟਮ ਜਿਸ ਤਰ੍ਹਾਂ ਸੋਸ਼ਲ ਸਿਸਟਮ ਵਿੱਚ ਰਹਿੰਦਾ, ਉਹਦੇ ਵਿੱਚ ਨਜ਼ਰ ਆਉਂਦਾ। ਉਹ ਕਮਿਊਨਿਜ਼ਮ, ਸੈਕੂਲਰਿਜ਼ਮ, ਜੋ ਹਵਾਲੇ ਨੇ ਇਹ ਹਯਾਤੀ ਦੀਆਂ ਜਿਹੜੇ ਪਹਿਲੂ ਨੇ ਨਜ਼ਰ ਆਉਂਦੇ ਨੇ, ਖਾਰਜੀ ਹਕੀਕਤਾਂ। ਤੇ ਫਿਰ ਦਾਖਲੀ ਤੌਰ ਤੇ ਉਹ ਅੰਦਰ ਕਿਵੇਂ ਸੋਚ ਰਿਹਾ, ਆਪਣੇ ਅੰਦਰ ਦੇ ਸੋਚ ਨੂੰ ਕਿਵੇਂ ਸੋਚ ਰਿਹਾ ਹੈ। ਕਿਸੇ ਨੇ ਬੱਚੇ ਨੇ ਆਖਿਆ ਕਿ ਸਰ ਇਹ ਹਵਾਲਾ ਤੇ ਇੰਝ ਹੀ ਹੈ ਕਿ ਜਿਵੇਂ ਤੁਸੀਂ ਦੇਖੋ ਕਿ ਮੈਂ ਤੇ ਮੇਰਾ ਭਰਾ ਜਿਹੜੇ ਨੇ ਉਹ ਅਸੀਂ ਅਲੱਗ-ਅਲੱਗ ਸੋਚ ਰੱਖਣੀ, ਇਹ ਕਿਵੇਂ ਹੋ ਗਿਆ, ਸਾਡੇ ਕੋਲ ਸਾਰਾ ਇੱਕੋ ਮਾਹੌਲ ਹੈ ਤੇ ਵਗੈਰਾ ਵਗੈਰਾ। ਮੈਂ ਉਹਨੂੰ ਇੱਕ ਛੋਟੀ ਜਿਹੀ ਮਿਸਾਲ ਦਿੱਤੀ। ਮੈਂ ਕਿਹਾ ਬੇਟਾ ਤੁਸੀਂ ਪੈਦਾ ਹੋਏ ਹੋ? ਹਾਂਜੀ। ਕਿਹੜੇ ਸੰਨ 'ਚ? ਕਹਿੰਦਾ ਜੀ ਮੈਂ 82 'ਚ ਪੈਦਾ ਹੋਇਆ ਸੀ। ਮੈਂ ਕਿਹਾ ਅੱਛਾ, ਤੁਹਾਡਾ ਛੋਟਾ ਭਰਾ ਵੀ ਹੈ? ਹਾਂ। ਕਹਿੰਦਾ ਜੀ ਉਹ 6 ਸਾਲ ਬਾਅਦ ਪੈਦਾ ਹੋਇਆ। ਮੈਂ ਕਿਹਾ ਕਿ ਫਿਰ ਕਿਵੇਂ ਤੁਸੀਂ ਕਹਿ ਸਕਦੇ ਹੋ ਕਿ ਉਸ ਵੇਲੇ ਹਾਲਾਤ ਜਿਹੜੇ ਨੇ ਇੱਕੋ ਜਿਹੇ ਸਨ? ਹਾਲਾਤ ਬਦਲ ਗਏ ਸੀ ਕਿਉਂਕਿ 6 ਸਾਲ ਬਾਅਦ ਪਹਿਲੇ ਜਿਹੜਾ ਪਿਆਰ ਸੀ, ਮੁਹੱਬਤ ਸੀ, ਜਿਹੜੀ ਚਾਸ਼ਨੀ ਸੀ ਮਾਂ ਪਿਓ ਦੀ, ਉਹ ਕੁਝ ਹੋਰ ਸੀ। ਤਾਂ ਉਦੋਂ ਜਾਂ ਤੇ ਉਹ ਬਹੁਤ ਜ਼ਿਆਦਾ ਹੋਏਗੀ ਜਾਂ ਬਹੁਤ ਘੱਟ ਹੋਏਗੀ, ਜਾਂ ਉਹਦੇ 'ਚ ਕੋਈ ਨਾ ਕੋਈ ਤਬਦੀਲੀ ਆ ਚੁੱਕੀ ਹੈ। 6 ਸਾਲ ਦੇ ਵਿੱਚ ਕਾਫੀ ਤਬਦੀਲੀਆਂ ਆ ਚੁੱਕੀਆਂ ਹੁੰਦੀਆਂ ਨੇ। ਇਸ ਤਰ੍ਹਾਂ ਕਿ ਘਰ ਵਿੱਚ ਰਹਿਣ ਵਾਲੇ ਦੀ ਸੋਚ ਵੀ, ਖਿਆਲ ਵੀ ਜਿਹੜਾ ਆਪਸ 'ਚ ਨਹੀਂ ਮਿਲਦਾ। ਉਹ ਆਪਣੇ ਤਖਯਲ ਤੋਂ ਕੰਮ ਲੈ ਕੇ ਇਜ਼ਹਾਰ ਤੇ ਬਿਆਨ ਦੇ ਅਜਿਹੇ ਤਰੀਕੇ ਇਖਤਿਆਰ ਕਰਦਾ ਹੈ, ਇੱਕ ਲਿਖਾਰੀ, ਜਿਨ੍ਹਾਂ ਨਾਲ ਪੜ੍ਹਨ ਵਾਲੇ ਮੁਤਾਸਿਰ ਹੁੰਦੇ ਨੇ। ਅਦਬ ਵਿੱਚ ਮਵਾਦ ਦੇ ਹੁਸਨ ਦੀ ਤਰਤੀਬ ਤੇ ਲਫ਼ਜ਼ਾਂ ਦੀ ਵਰਤੋਂ ਦੇ ਸੁਹੱਪਨ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਅਦਬ ਦੀਆਂ ਕਿਸਮਾਂ, 2 ਕਿਸਮਾਂ, ਨਜ਼ਮ ਤੇ ਨਸਰ। ਨਜ਼ਮ ਅਦਬ ਦਾ ਸਭ ਤੋਂ ਪੁਰਾਣਾ ਰੂਪ ਸ਼ੇਰ ਹੈ। ਸੈਫੋ ਨੂੰ ਪਹਿਲੀ ਸ਼ਾਇਰਾ ਖਾਤੂਨ ਦੇ ਤੌਰ ਤੇ ਵੀ ਮੰਨਿਆ ਜਾਂਦਾ ਹੈ। ਉਸ ਦਾ ਮੰਨਣਾ ਵੀ ਹੈ ਕਿ ਸਭ ਤੋਂ ਪੁਰਾਣਾ ਰੂਪ ਸ਼ੇਰ ਹੀ ਹੈ। ਇਨਸਾਨ ਜਦੋਂ ਜ਼ਬਾਨ ਤੇ ਬਿਆਨ ਤੋਂ ਵਾਕਿਫ ਹੋਇਆ ਤੇ ਉਸ ਨੇ ਆਪਣੀ ਜ਼ੁਬਾਨ ਤੇ ਅਹਿਸਾਸਾਤ ਦਾ ਇਜ਼ਹਾਰ ਸਭ ਤੋਂ ਪਹਿਲਾਂ ਸ਼ੇਰ ਵਿੱਚ ਬਿਆਨ ਕੀਤਾ। ਕਿਉਂ ਜੇ ਮੌਲਾਨਾ ਹਾਲੀ ਦੇ ਬਕੌਲ ਜਜ਼ਬਾਤ ਜਦੋਂ ਇਨਸਾਨ ਦੇ ਮਨ ਅੰਦਰ ਪੱਕ ਜਾਂਦੇ ਨੇ ਤੇ ਫਿਰ ਇੱਕ ਦਿਨ ਮੌਜ਼ੂ ਲਫ਼ਜ਼ਾਂ ਰਾਹੀਂ ਆਪ ਮੁਹਾਰੇ ਇਨਸਾਨ ਦੇ ਮੂੰਹੋਂ ਫੁੱਟ ਪੈਂਦੇ ਨੇ, ਉਹ ਸ਼ੇਰ ਬਣ ਜਾਂਦਾ ਹੈ, ਸ਼ੇਰ ਜਾਂ ਨਜ਼ਮ। ਮਗਰ ਨਸਰ ਉਦੋਂ ਵਜੂਦ ਵਿੱਚ ਆਉਂਦੀ ਹੈ ਜਦੋਂ ਇਨਸਾਨ ਨੇ ਲਿਖਣ ਪੜ੍ਹਨ ਦਾ ਵੱਲ ਸਿੱਖਿਆ ਤੇ ਜ਼ੁਬਾਨ ਵਿੱਚ ਲਫ਼ਜ਼ਾਂ ਦਾ ਵਸੀਹ ਭੰਡਾਰ ਜ਼ਖੀਰਾ ਹੋ ਗਿਆ। ਨਸਰ ਅਕਲ ਤੇ ਦਿਮਾਗ ਦੀ ਪੈਦਾਵਾਰ ਹੈ, ਜਦੋਂ ਕਿ ਸ਼ਾਇਰੀ ਦਾ ਤਾਲੁਕ ਜਜ਼ਬਾਤ ਜਾਂ ਵਜਦਾਨ ਨਾਲ ਹੈ। ਸ਼ੇਰ ਦੇ ਲੁਗਵੀ ਮਾਨੀ ਕਿਸੇ ਚੀਜ਼ ਦੀ ਜਾਣਕਾਰੀ ਤੇ ਵਾਕਫੀ ਹੈ, ਯਾਨੀ ਸ਼ੇਰ ਵਿੱਚ ਜਿਹੜੀ ਗੱਲ ਆਖੀ ਜਾਂਦੀ ਉਹਦਾ ਤਾਲੁਕ ਇਦਰਾਕ ਜਾਂ ਸ਼ਾਊਰ ਨਾਲ ਹੁੰਦਾ ਹੈ ਤੇ ਸ਼ਾਊਰ ਨਾਲ ਇਹ ਸ਼ੇਰ ਸਮਝਿਆ ਜਾਂਦਾ ਹੈ। ਸ਼ੇਰ ਉਹ ਮੌਜ਼ੂ ਕਲਾਮ ਹੈ
ਜਿਹਦੇ ਵਿੱਚ ਅਰੂਜ਼ੀ ਅਸੂਲਾਂ ਦੀ ਪਾਬੰਦੀ ਕੀਤੀ ਜਾਂਦੀ ਹੈ ਕਿ ਕਿਵੇਂ ਅਸੀਂ ਬਹਿਰ ਦਾ ਖਿਆਲ ਰੱਖਣਾ, ਕਿਵੇਂ ਅਸੀਂ ਔਜ਼ਾਨ ਦਾ ਖਿਆਲ ਰੱਖਣਾ, ਤਸ਼ਬੀਹ, ਇਸਤਾਰੇ, ਮਤਲਬ, ਮਕਤੇ, ਰਦੀਫ, ਕਾਫੀਆ ਸਾਰੇ ਰੱਖਣੇ। ਉਹ ਸਾਰੇ ਜਿਹੜੇ ਸ਼ੇਰ ਅਰੂਜ਼ੀ ਅਸੂਲ ਨੇ ਉਹ ਬਿਆਨ ਕੀਤੇ ਜਾਂਦੇ ਨੇ। ਸ਼ਾਇਰ ਆਪਣੇ ਜਜ਼ਬਿਆਂ ਤੇ ਖਿਆਲਾਂ ਦੇ ਇਜ਼ਹਾਰ ਲਈ ਮੁਨਾਸਿਬ ਤੇ ਮੌਜ਼ੂ ਲਫ਼ਜ਼ ਸੁਚੱਜੇ ਢੰਗ ਨਾਲ, ਸੁਚੱਜੇ ਐਕੂਰੇਸੀ ਬਹੁਤ ਠੀਕ ਠਾਕ ਤਰੀਕੇ ਨਾਲ ਸਜਾਉਂਦਾ ਹੈ, ਜਿਹੜਾ ਸੁਣਨ ਵਾਲੇ ਦੇ ਦਿਲ ਤੇ ਦਿਮਾਗ ਉਤੇ ਚੰਗਾ ਅਸਰ ਪੈਦਾ ਕਰਦੇ ਨੇ। ਸ਼ੇਰ ਉਹ ਮੌਜ਼ੂ ਤੇ ਮੁਕੰਮਲ ਹੁੰਦਾ ਹੈ ਜਿਹਦੇ ਪੜ੍ਹਨ ਤੇ ਸੁਣਨ ਨਾਲ ਮੁਕੰਮਲ ਮਾਨੇ ਸਮਝ ਆ ਜਾਵਨ ਤੇ ਉਹ ਚੰਗਾ ਤਾਸੁਰ ਕਾਇਮ ਕਰੇ। ਇਸ ਤਾਸਰ ਤੋਂ ਬਿਨਾਂ ਸ਼ੇਰ ਨਾਮੁਕੰਮਲ ਤੇ ਅਧੂਰਾ ਹੁੰਦਾ ਹੈ। ਸ਼ੇਰ ਦੇ ਹਿੱਸੇ। ਸ਼ੇਰ ਨੂੰ ਬੈਤ ਵੀ ਆਖਿਆ ਜਾਂਦਾ ਹੈ। ਅਰਬੀ ਵਿੱਚ ਬੈਤ ਦੇ ਲੁਗਵੀ ਮਾਨੀ ਘਰ ਨੇ। ਜਿਸ ਤਰ੍ਹਾਂ ਘਰ ਦਾ ਬੂਹਾ ਲੱਕੜੀ ਦੇ ਦੋ ਤਖਤਿਆਂ ਨਾਲ ਬਣਦਾ ਹੈ ਜਿਹਨੂੰ ਅਸੀਂ ਖੋਲ੍ਹਦੇ ਹਾਂ, ਇਸ ਤਰ੍ਹਾਂ ਹਰ ਬੈਤ ਦੇ ਦੋ ਮਿਸਰੇ ਹੁੰਦੇ। ਇਹਨਾਂ ਦੋਹਾਂ ਮਿਸਰਿਆਂ ਨਾਲ ਹੀ ਬੈਤ ਯਾਨੀ ਸ਼ੇਰ ਮੁਕੰਮਲ ਹੁੰਦਾ ਹੈ। ਅਰੂਜ਼ੀ ਇਸਤਲਾਹ ਵਿੱਚ ਸ਼ੇਰ ਦੇ ਪਹਿਲੇ ਮਿਸਰੇ ਨੂੰ ਔਲਾ ਤੇ ਦੂਜੇ ਮਿਸਰੇ ਨੂੰ ਮਿਸਰੇ ਸਾਨੀ ਆਖਿਆ ਜਾਂਦਾ। ਜਿਵੇਂ ਨੀਚਾਂ ਦੀ ਅਸ਼ਨਾਈ ਕੋਲੋਂ ਫਲ ਕਿਸੇ ਨਾ ਪਾਇਆ, ਇਹ ਮੀਆਂ ਮੁਹੰਮਦ ਬਖਸ਼ ਹੋਰਾਂ ਦਾ ਸ਼ੇਰ ਹੈ ਤੇ ਇਹ ਮਿਸਰੇ ਔਲਾ ਹੈ, ਯਾਨੀ ਇਹ ਪਹਿਲਾ। ਕਿੱਕਰ ਤੇ ਅੰਗੂਰ ਚੜਾਇਆ, ਹਰ ਗੁੱਛਾ ਜ਼ਖਮਾਇਆ, ਇਹ ਮਿਸਰਾ ਸਾਨੀ ਯਾਨੀ ਇਹਨੂੰ ਦੂਜਾ ਮਿਸਰਾ ਆਖਾਂਗੇ। ਸ਼ੇਰ ਮੌਜ਼ੂ ਕਰਨ ਤੇ ਸਮਝਣ ਲਈ ਹਰ ਮਿਸਰੇ ਨੂੰ ਦੋ ਹਿੱਸੇ ਵਿੱਚ ਵੰਡਿਆ ਜਾਂਦਾ ਹੈ, ਮਿਸਰੇ ਔਲਾ ਤੇ ਮਿਸਰਾ ਸਾਨੀ। ਮਿਸਰੇ ਔਲਾ ਦੇ ਪਹਿਲੇ ਹਿੱਸੇ ਨੂੰ ਸਦਰ ਤੇ ਅਖੀਰੀ ਹਿੱਸੇ ਨੂੰ ਅਰੂਜ਼ ਆਖਦੇ ਨੇ, ਜਦੋਂ ਕਿ ਮਿਸਰਾ ਸਾਨੀ ਦਾ ਪਹਿਲਾ ਹਿੱਸਾ ਇਬਤਦਾ ਤੇ ਅਖੀਰੀ ਹਿੱਸਾ ਜ਼ਰਬ ਜਾਂ ਇਜ਼ ਅਖਵਾਉਂਦਾ ਹੈ। ਬਹਿਰ, ਜਿਵੇਂ ਕਿ ਬਹਿਰ ਦਾ ਮਤਲਬ ਤੁਹਾਨੂੰ ਪਤਾ ਹੈ ਕਿ ਵੱਡੇ ਸਮੁੰਦਰ ਨੂੰ ਆਖਦੇ ਨੇ। ਸਮੁੰਦਰ ਤੇ ਦਰਿਆ ਆਪਣੇ ਅੰਦਰ ਵਸਅਤ ਤੇ ਡੂੰਘਾਈ ਰੱਖਦੇ ਨੇ। ਸ਼ੇਰਾਂ ਦੀ ਬਹਿਰ ਵਿੱਚ ਵੀ ਬਹੁਤ ਸਾਰੇ ਔਜ਼ਾਨ ਹੁੰਦੇ ਨੇ। ਇਸ ਵਸਅਤ ਪਰ ਉਸ ਨੂੰ ਬਹਿਰ ਆਖਿਆ ਜਾਂਦਾ। ਇਲਮ ਅਰੂਜ਼ ਦੇ ਮੌਜਦ ਖਲੀਲ ਬਿਨ ਅਹਿਮਦ ਬਸਰੀ ਨੇ, ਔਰ ਇਲਮ ਅਰੂਜ਼ ਦੇ ਮੌਜਦ ਖਲੀਲ ਅਹਿਮਦ ਬਸਰੀ ਜਿਨ੍ਹਾਂ ਨੇ ਬਹਿਰਾਂ ਦੀ ਇਬਤਦਾ ਕੀਤੀ, 17-19 ਬਹਿਰਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਸਾਡੇ ਨੇ, ਬੜੀ ਸੋਚ ਤੇ ਫਿਕਰ ਮਗਰੋਂ 15 ਬਹਿਰਾਂ ਇਜਾਦ ਕੀਤੀਆਂ। 15 ਬਹਿਰਾਂ ਉਹਨਾਂ ਨੇ ਇਜਾਦ ਕੀਤੀਆਂ ਖਲੀਲ ਬਿਨ ਅਹਿਮਦ ਬਸਰੀ ਦੇ, ਜਿਨ੍ਹਾਂ ਵਿੱਚੋਂ ਬਹਿਰ ਰਮਲ, ਬਹਿਰ ਰਜਜ਼ ਤੇ ਬਹਿਰ ਕਾਮਲ ਬਹੁਤ ਮਸ਼ਹੂਰ ਨੇ। ਸ਼ਾਇਰੀ ਵਿੱਚ ਬਹਿਰ ਉਸ ਪੈਮਾਨੇ ਨੂੰ ਆਖਿਆ ਜਾਂਦਾ ਜਿਹੜਾ ਕੁਝ ਮਿੱਥੇ ਹੋਏ ਲਫ਼ਜ਼ਾਂ ਦੀ ਤਰਤੀਬ ਤੇ ਤਕਰਾਰ ਨਾਲ ਵਜੂਦ ਵਿੱਚ ਆਉਂਦਾ ਹੈ। ਸ਼ਾਇਰ ਐਸੇ ਹੀ ਪੈਮਾਨੇ ਨੂੰ ਮੁੱਖ ਰੱਖ ਕੇ ਸ਼ੇਰ ਆਖਦੇ ਨੇ। ਮੈਂ ਅਕਸਰ ਬੱਚਿਆਂ ਨੂੰ ਸਮਝਾਉਣਾ, ਅੱਜ ਤੁਹਾਨੂੰ ਵੀ ਦੇਖ ਦੇਣਾ ਕਿ ਫੇ ਲੁਨ ਫਾ ਹੈ ਅਪਨਾ ਦਿਲ ਤੋਂ ਆਵਾਰਾ, ਹੈ ਅਪਨਾ ਫੇ ਲੁਨ ਦਿਲ ਤੋਂ ਫੇ ਲੁਨ ਵਾ ਫੇ ਲੁਨ ਰਾ ਫਾ। ਇਹ ਇੱਕ ਮਿਸਾਲ ਤੁਹਾਨੂੰ ਦਿੱਤੀ ਗਈ ਕਿ ਸਾਰੀਆਂ ਜਿਹੜੀਆਂ ਬਹਿਰਾਂ ਨੇ ਉਹ ਇੱਕ ਖਾਸ ਬਹਿਰ ਦੇ ਨਾਲ, ਖਾਸ ਵਜ਼ਨ ਦੇ ਨਾਲ ਜਿਹੜੀਆਂ ਨੇ ਉਹ ਹੁੰਦੀਆਂ ਨੇ। ਰਦੀਫ ਉਹਨਾਂ ਖਾਸ ਲਫ਼ਜ਼ਾਂ ਨੂੰ ਆਖਦੇ ਨੇ ਜਿਹੜੇ ਸ਼ੇਰ ਦੇ ਅਖੀਰ ਉੱਤੇ ਬਾਰ-ਬਾਰ ਆਉਂਦੇ ਨੇ ਤੇ ਖਾਸ ਸੋਤੀ ਆਹੰਗ ਪੈਦਾ ਕਰਦੇ ਨੇ। ਰਦੀਫ ਆਮ ਤੌਰ ਤੇ ਘੋੜੇ ਦੇ ਪਿੱਛੇ ਬੈਠਣ ਵਾਲੇ ਸਵਾਰ ਨੂੰ ਰਦੀਫ ਆਖਿਆ ਜਾਂਦਾ ਹੈ। ਤੇ ਇਹਦੇ ਵਿੱਚ ਅਸੀਂ ਉਹ ਲਫ਼ਜ਼ ਸ਼ਾਇਰੀ ਦੇ ਵਿੱਚ ਇੱਕੋ ਹੀ ਲਫ਼ਜ਼ ਹੁੰਦਾ ਹੈ, ਜਿਵੇਂ ਕਿ ਤੇ ਸਲੀਮ ਕਾਸ਼ਰ ਹੋਰਾਂ ਦੀ ਇੱਕ ਗਜ਼ਲ ਹੈ, ਉਹ ਅਸੀਂ ਪੜ੍ਹਨੇ, ਉਹਦੇ ਵਿੱਚੋਂ ਕਾਫੀਆ ਵੀ ਕੱਢ ਲਾਂਗੇ, ਉਹਦੇ ਵਿੱਚੋਂ ਅਸੀਂ ਮਤਲਬ ਵੀ ਕੱਢ ਲਾਂਗੇ, ਉਹਦੇ ਵਿੱਚ ਅਸੀਂ ਰਦੀਫ ਵੀ ਕੱਢ ਲਾਂਗੇ। ਉਹਨਾਂ ਦੀ ਛੋਟੀ ਜੀ ਹੈ ਕਿ ਤੇਰਾ ਦਰਦ ਹਯਾਤੀ ਮੇਰੀ, ਐ ਮਲਕੀਅਤ ਜ਼ਾਤੀ ਮੇਰੀ, ਗਮ ਦੀ ਬਾਰਿਸ਼ ਦੇ ਵਿੱਚ ਸਜਣਾ, ਪਿਆਰ ਤੇਰਾ ਬਰਸਾਤੀ ਮੇਰੀ, ਵੇਲੇ ਦੀ ਅੱਖ ਹੰਝੂ ਹੰਝੂ, ਗਜ਼ਲ ਬੜੀ ਜਜ਼ਬਾਤੀ ਮੇਰੀ, ਸੁੱਤਿਆਂ ਬੂਹਾ ਖੜਕ ਪਵੇ ਨਾ, ਅੱਖ ਨਹੀਂ ਲੱਗਦੀ ਰਾਤੀ ਮੇਰੀ, ਕਾਸ਼ਰ ਮੇਰੀ ਸ਼ਕਲ ਤੋਂ ਡਰਦੇ, ਜੋ ਕਦੇ ਲੱਭਦੇ ਸਨ ਚਾਤੀ ਮੇਰੀ। ਹੁਣ ਤੁਸੀਂ ਦੇਖੋ ਇਹਦੇ ਵਿੱਚ ਇੱਕ ਲਫ਼ਜ਼ ਜਿਹੜਾ ਹੈ ਅਖੀਰ ਤੇ ਬਾਰ-ਬਾਰ ਆ ਰਿਹਾ, ਉਹ ਲਫ਼ਜ਼ ਹੈ ਰਦੀਫ, ਮੇਰੀ ਮੇਰੀ ਲਫ਼ਜ਼ ਜਿਹੜਾ ਹੈ। ਫਿਰ ਕਾਫੀਆ ਉਹ ਲਫ਼ਜ਼ ਹੈ ਜਿਹੜਾ ਹਮ ਆਵਾਜ਼ ਲਫ਼ਜ਼ ਹੈ, ਸੋਤੀ ਆਹੰਗ ਪੈਦਾ ਕਰ ਰਿਹਾ। ਤੇਰਾ ਦਰਦ ਹਯਾਤੀ ਮੇਰੀ, ਐ ਮਲਕੀਅਤ ਜ਼ਾਤੀ ਮੇਰੀ, ਹਯਾਤੀ, ਜ਼ਾਤੀ, ਬਰਸਾਤੀ, ਇਹ ਸਾਰੀਆਂ ਚਾਤੀ, ਇਹ ਸਾਰੇ ਕਾਫੀਏ ਨੇ। ਮਤਲਾ ਗਜ਼ਲ ਦਾ ਪਹਿਲਾ ਸ਼ੇਰ ਹੈ। ਮਤਲੇ ਦਾ ਲਫ਼ਜ਼ੀ ਮਤਲਬ ਹੈ ਕਿਸੇ ਸੂਰਜ ਦਾ ਤਲੂ ਹੋਣਾ, ਯਾਨੀ ਫੁੱਟਣਾ, ਨਿਕਲਣਾ, ਤਲੂ ਹੋਣਾ। ਗਜ਼ਲ ਦਾ ਪਹਿਲਾ ਸ਼ੇਰ ਜਿਹੜਾ ਹੈ ਉਹ ਮਤਲਾ ਅਖਵਾਇਆ ਜਾਂਦਾ ਹੈ, ਤੇਰਾ ਦਰਦ ਹਯਾਤੀ ਮੇਰੀ, ਐ ਮਲਕੀਅਤ ਜ਼ਾਤੀ ਮੇਰੀ। ਆਖਰੀ ਸ਼ੇਰ ਜਿਹੜਾ ਹੈ ਉਹ ਮਕਤੇ ਦਾ ਮਤਲਬ ਹੈ ਟੂ ਕੱਟ, ਕਤਾ ਕਰਨਾ, ਕੱਟ ਕਰਨਾ, ਤੇ ਜਿਹਦੇ ਵਿੱਚ ਆਖਰੀ ਸ਼ੇਰ ਕਾਸ਼ਰ ਮੇਰੀ ਸ਼ਕਲ ਤੋਂ ਡਰਦੇ, ਜੋ ਲੱਭਦੇ ਸਨ ਚਾਤੀ ਮੇਰੀ।
ਤੇ ਕਾਸ਼ਰ ਜਿਹਦੇ ਵਿੱਚ ਸ਼ਾਇਰ ਦਾ ਨਾਂ ਆ ਗਿਆ, ਸ਼ਾਇਰ ਦਾ ਤਖੱਲੁਸ ਆ ਗਿਆ, ਉਹਨੂੰ ਅਸੀਂ ਮਕਤਾ ਆਖਾਂਗੇ। ਉਮੀਦ ਕਰਨਾ ਵਾਂ ਕਿ ਤੁਹਾਨੂੰ ਇਹ ਸਬਕ ਸਮਝ ਆ ਗਿਆ ਹੋਣਾ ਹੈ, ਜਿਹੜਾ ਕਿ ਅਦਬ ਕਿਸ ਨੂੰ ਆਖਦੇ ਨੇ। ਉਹਦੇ ਵਿੱਚ ਨਜ਼ਮ ਦੀਆਂ ਸਿਨਫਾਂ, ਅੱਗੇ ਫਿਰ ਅਦਬ ਦੀਆਂ ਸਿਨਫਾਂ ਨੇ, ਉਹ ਅਸੀਂ ਅਗਲੇ ਸਬਕ 'ਚ ਦੇਖਾਂਗੇ।